सत श्री अकाल जी। साडे वाला रेडियो ते सारिਆਂ ਦਾ स्वागत है। ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ। मैं हाँ हरमनप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਸੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਸੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਲਾਰੈਂਸ ਬਿਸ਼ਨੋਈ ਦੀ ਗੱਲ ਕਰਦੇ ਹਾਂ ਜੀ। ਕਹਿੰਦੇ 7 ਦਿਨ ਦੇ ਪੁਲਿਸ ਰਿਮਾਂਡ ਤੇ ਹੈ ਲਾਰੈਂਸ ਬਿਸ਼ਨੋਈ। ਬਿਲਕੁਲ ਜੀ, ਲਾਰੈਂਸ ਬਿਸ਼ਨੋਈ 7 ਦਿਨ ਦੇ ਪੁਲਿਸ ਰਿਮਾਂਡ ਤੇ ਆ। ਉਹਨੂੰ ਮੋਹਾਲੀ ਦੇ ਵਿੱਚ ਰੱਖਿਆ ਗਿਆ। ਉਹਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਹਿਲਾਂ ਖਬਰ ਇਹ ਆਈ ਸੀ ਵੀ ਉਹ ਪੁਲਿਸ ਦਾ ਸਹਿਯੋਗ ਨਹੀਂ ਦੇ ਰਿਹਾ। ਬਾਅਦ ਦੇ ਵਿੱਚ ਖਬਰ ਇਹ ਆਈ ਵੀ ਉਹਦੇ ਵੱਲੋਂ ਇੱਕ ਹੋਰ ਗੈਂਗਸਟਰ ਗੋਰਾ ਦਾ ਨਾਂ ਲਿਆ ਗਿਆ। ਗੋਰਾ ਮੇਰਾ ਖਿਆਲ ਵੀ ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਬੰਦ ਹੈ। ਹੁਣ ਪੁਲਿਸ ਗੋਰੇ ਨੂੰ ਤੇ ਲਾਰੈਂਸ ਬਿਸ਼ਨੋਈ ਨੂੰ ਆਮੋ ਸਾਹਮਣੇ ਬਿਠਾ ਕੇ ਤੇ ਅਗਲੀ ਪੁੱਛਗਿੱਛ ਕਰੂਗੀ। ਸੋ ਮੈਨੂੰ ਲੱਗਦਾ ਜੀ ਕਿ ਇਸ ਗੱਲ ਦੇ ਵਿੱਚ ਸ਼ਾਇਦ ਕੁਝ ਨਵਾਂ ਨਿਕਲ ਕੇ ਸਾਹਮਣੇ ਆਵੇ। ਪਤਾ ਲੱਗਾ ਜੀ ਕਿ ਕੱਲ ਮਹਾਰਾਸ਼ਟਰ ਦੀ ਪੁਲਿਸ ਨੇ ਵੀ 1-2 ਸ਼ੂਟਰ ਗ੍ਰਿਫਤਾਰ ਕੀਤੇ ਆ। ਸੋ ਇਸ ਤਰੀਕੇ ਦੇ ਨਾਲ ਆ ਵੀ ਕਈ ਸੂਬਿਆਂ ਦੀ ਪੁਲਿਸ ਆ ਜਿਹੜੀ ਉਹ ਦਾਅਵਾ ਕਰ ਰਹੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਕਾਤਲ ਫੜਨ ਦੇ ਲਈ। ਤੇ ਕਦੋਂ ਫੜੇ ਜਾਣਗੇ ਅਸਲ ਕਾਤਲ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਲਾਰੈਂਸ ਬਿਸ਼ਨੋਈ ਨੂੰ ਜਦੋਂ ਤੋਂ ਲੈ ਕੇ ਆਂਦਾ ਪੰਜਾਬ ਦੇ ਵਿੱਚ, ਪੰਜਾਬੀ ਮੀਡੀਆ ਵੀ ਓਵਰ ਐਕਸਾਈਟਡ ਆ, ਲੋੜੋਂ ਵੱਧ ਬਿਆਨਬਾਜ਼ੀ ਕਰ ਰਿਹਾ। ਕਦੇ ਕਹਿ ਰਿਹਾ ਵੀ ਭਾਈ ਲਾਰੈਂਸ ਬਿਸ਼ਨੋਈ ਨੇ ਰੋਟੀ ਖਾਧੀ। ਉਹੀ ਗੱਲਾਂ ਜਦੋਂ ਨਵਜੋਤ ਸਿੱਧੂ ਜੇਲ੍ਹ ਦੇ ਵਿੱਚ ਸੀ ਤੇ ਜਿਹੜੀਆਂ ਗੱਲਾਂ ਉਦੋਂ ਚੱਲਦੀਆਂ ਸੀ ਉਹੀ ਹੁਣ। ਕਿਹੜੀ ਗੱਡੀ ਦੇ ਵਿੱਚ ਲਾਰੈਂਸ ਆਇਆ, ਲਾਰੈਂਸ ਦੇ ਨਾਲ ਕਿੰਨੇ ਜਾਣੇ ਆ, ਲਾਰੈਂਸ ਨੇ ਸ਼ਰਟ ਕਿਹੋ ਜਿਹੀ ਪਾਈ ਆ, ਲਾਰੈਂਸ ਦੇ ਬੂਟ ਕਿਹੋ ਜਿਹੇ ਆ, ਹੱਥਕੜੀ ਲੱਗੀ ਆ ਕਿ ਨਹੀਂ ਲੱਗੀ, ਉਹਨੇ ਪਾਣੀ ਮੰਗਿਆ, ਕਾਲੇ ਰੰਗ ਦੇ ਸ਼ੀਸ਼ਿਆਂ ਦੀ ਗੱਡੀ 'ਚ ਗਿਆ, ਫਲਾਣ ਢੀਂਗ। ਸੋ ਇਹ ਬਕਵਾਸ ਜੀ ਪੱਤਰਕਾਰੀ ਚੱਲ ਰਹੀ ਹੈ ਇਸ ਵੇਲੇ। ਪਰ ਗੱਲ ਇਹ ਆ ਵੀ ਇਹੋ ਜਿਹੀਆਂ ਗੱਲਾਂ ਪੱਤਰਕਾਰਾਂ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਤੇ ਪੁਲਿਸ ਨੂੰ ਵੀ ਸਹੀ ਸਿੱਟੇ ਦੇ ਉੱਤੇ ਵੇਲੇ ਸਿਰ ਪਹੁੰਚਣਾ ਚਾਹੀਦਾ ਹੈ। ਜੀ ਬਿਲਕੁਲ, ਪਰ ਅਜੇ ਤੱਕ ਵੀ ਕਹਿੰਦੇ ਕਿ ਜਿਹੜੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਉਹ ਖਤਮ ਨਹੀਂ ਹੋਇਆ ਹੈਗਾ। ਲਗਾਤਾਰ ਗੈਂਗਸਟਰਾਂ ਵੱਲੋਂ ਜਿਹੜੀਆਂ ਨੇ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਜੀ ਪੰਜਾਬ ਦੇ ਵਿੱਚ। ਹਾਂ ਬਿਲਕੁਲ ਜੀ, ਇਹ ਗੱਲ ਸੱਚੀ ਹੈ ਕਿ ਜਿਸ ਦਿਨ ਤੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਲਗਾਤਾਰ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਿ ਪੈਸੇ ਵਾਲੇ ਆ ਜਾਂ ਜਿਹੜੇ ਕਰਕੇ ਮਸ਼ਹੂਰ ਆ, ਉਹਨਾਂ ਨੂੰ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਕਦੇ ਖਬਰ ਇਹ ਆਉਂਦੀ ਹੈ ਵੀ ਭਾਈ ਪਟਿਆਲੇ ਦੇ ਵਪਾਰੀ ਨੂੰ ਧਮਕੀ ਮਿਲ ਗਈ, ਕਦੇ ਖਬਰ ਆਉਂਦੀ ਆ ਅੰਮ੍ਰਿਤਸਰ ਦੇ ਵਪਾਰੀ ਨੂੰ, ਕਦੇ ਆਉਂਦੀ ਕਿਸੇ ਕਲਾਕਾਰ ਨੂੰ, ਕਦੇ ਕਿਸੇ ਆਉਂਦੀ ਆੜ੍ਹਤੀਏ ਨੂੰ ਧਮਕੀ। ਸੋ ਇਹਨਾਂ ਗੱਲਾਂ ਤੋਂ ਬਾਅਦ ਲੋਕ ਪਰੇਸ਼ਾਨ ਤਾਂ ਹੈਗੇ ਹੀ, ਇਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਨਹੀਂ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਹੁਣ ਧਮਕੀਆਂ ਮਿਲ ਰਹੀਆਂ, ਇਹ ਅੰਤ ਕੀ ਆ, ਸਿੱਟਾ ਕੀ ਆ, ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ। ਕਿਉਂਕਿ ਕੱਲ ਵੀ ਖਬਰ ਆਈ ਵੀ ਲੁਧਿਆਣੇ ਦੇ ਇੱਕ ਵਪਾਰੀ ਨੂੰ ਤੇ ਲਗਾਤਾਰ ਧਮਕੀਆਂ ਆ ਰਹੀਆਂ ਸੀ ਵਟਸਐਪ ਦੇ ਉੱਤੇ ਤੇ ਕਰੋੜ ਰੁਪਈਆ ਮੰਗਿਆ ਜਾ ਰਿਹਾ ਸੀ ਵੀ ਕਰੋੜ ਰੁਪਈਆ ਦੇ ਦੇ, ਤੇਰਾ ਹਾਲ ਸਿੱਧੂ ਮੂਸੇਵਾਲੇ ਕਰਾਂਗੇ। ਉਹਨੇ ਪੁਲਿਸ ਨੂੰ ਦੱਸਿਆ। ਪੁਲਿਸ ਦੇ ਵੱਲੋਂ ਹੁਣ 2 ਬੰਦੇ ਗ੍ਰਿਫਤਾਰ ਕੀਤੇ ਗਏ ਆ, ਇੱਕ ਛੱਤੀਸਗੜ੍ਹ ਦਾ, ਇੱਕ ਬਿਹਾਰ ਦੇ ਛਪਰਾ ਜ਼ਿਲ੍ਹੇ ਦਾ। ਸੋ ਇਹ ਬੰਦੇ ਗੈਂਗਸਟਰਾਂ ਦਾ ਨਾਂ ਲੈ ਲੈ ਕੇ ਧਮਕੀਆਂ ਦਿੰਦੇ ਸੀ। ਉਸ ਤੋਂ ਅਗਲੀ ਗੱਲ ਇਹ ਵੀ ਕੱਲ ਅੰਮ੍ਰਿਤਸਰ ਦੇ ਇੱਕ ਡਾਕਟਰ ਨੂੰ ਧਮਕੀ ਆ ਗਈ ਆ ਵੀ ਭਾਈ ਜੇ ਪੈਸੇ ਨਾ ਦਿੱਤੇ ਕੱਲ ਤੱਕ ਤਾਂ ਫਿਰ ਤੇਰਾ ਹਾਲ ਸਿੱਧੂ ਮੂਸੇਵਾਲੇ ਵਾਲਾ ਕਰਾਂਗੇ। ਸੋ ਇਹ ਹੈ ਜੀ ਪੰਜਾਬ ਪੁਲਿਸ ਆ ਜਿਹੜੀ ਤੇ ਉਹਦਾ ਸਾਈਬਰ ਕ੍ਰਾਈਮ ਸੈੱਲ ਆ, ਇਹਨੂੰ ਸਖਤ ਹੋਣਾ ਪਊਗਾ। ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਰੋਜ਼ ਖੇਡ ਬਣ ਗਈ ਇਹ ਪੰਜਾਬ ਦੇ ਵਿੱਚ ਵੀ ਧਮਕੀ ਦਿਓ ਪੈਸੇ ਲੈ ਲਓ, ਧਮਕੀ ਦਿਓ ਪੈਸੇ ਲੈ ਲਓ। ਤੇ ਕੁਝ ਕੁ ਲੋਕ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਡਰਦੇ ਮਾਰੇ ਪੈਸੇ ਦੇ ਵੀ ਰਹੇ ਆ। ਹੁਣ ਇਹ ਨਹੀਂ ਪਤਾ ਵੀ ਇਹ ਅਸਲੀ ਲੋਕ ਹੁੰਦੇ ਜਾਂ ਨਕਲੀ। ਹੁਣ ਬੰਦਾ ਅਸਲੀ ਸਮਝ ਕੇ ਪੈਸੇ ਦੇ ਦੇਵੇ, ਵਿੱਚੋਂ ਠੱਗ ਨਿਕਲਦੇ ਆ। ਬੰਦਾ ਨਕਲੀ ਸਮਝ ਕੇ ਕਹਿ ਦੇਵੇ ਮੈਂ ਨਹੀਂ ਦਿੰਦਾ ਗਾ, ਪਤਾ ਨਹੀਂ ਉਹ ਅਸਲੀ ਗੈਂਗਸਟਰ ਹੋਣ ਤੇ ਬਾਅਦ ਦੇ ਵਿੱਚ ਤੁਹਾਡਾ ਨੁਕਸਾਨ ਕਰ ਜਾਣ। ਸੋ ਇਸ ਕਰਕੇ ਜਿਹੜਾ ਸਾਈਬਰ ਕ੍ਰਾਈਮ ਸੈੱਲ ਆ, ਜਦੋਂ ਉਹਨੂੰ ਨੰਬਰ ਮਿਲ ਜਾਂਦਾ ਉਹਨੂੰ ਤੁਰੰਤ ਇਸ ਮਾਮਲੇ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ। ਬਾਕੀ ਵੇਖੋ ਕੀ ਬਣਦਾ ਉਹਦੇ ਸਮੇਂ ਦੇ ਵਿੱਚ। ਪਰ ਜ਼ਰੂਰਤ ਇਸ ਵਕਤ ਇਸ ਗੱਲ ਦੀ ਆ ਵੀ ਪੁਲਿਸ ਆ ਜਿਹੜੀ ਉਹ ਚੌਕਸ ਹੋਵੇ। ਕਿਉਂਕਿ ਲੋਕਾਂ ਦੇ ਵਿੱਚ ਸਹਿਮ ਆ ਵੀ ਜੇ ਕਿਤੇ ਸੱਚੀ ਮੁੱਚੀ ਗੈਂਗਸਟਰਾਂ ਦਾ ਫੋਨ ਹੋਇਆ ਤਾਂ ਇਹ ਨਾ ਹੋਵੇ ਸਾਡੇ ਪਰਿਵਾਰ ਦਾ, ਸਾਡੇ ਕਾਰੋਬਾਰ ਦਾ, ਸਾਡੀ ਜ਼ਿੰਦਗੀ ਦਾ ਨੁਕਸਾਨ ਕਰ ਦੇਣ ਜੀ। ਜੀ ਬਿਲਕੁਲ ਸਰ, ਹੁਣ ਗੱਲ ਕਰਦੇ ਹਾਂ ਜੀ ਕਿਰਨ ਬੇਦੀ ਦੀ। ਕਿਰਨ ਬੇਦੀ ਦਾ ਨਾਂ ਇਸ ਵੇਲੇ ਸੁਰਖੀਆਂ ਦੇ ਵਿੱਚ ਆ। ਉਹਨਾਂ ਨੇ ਜਿਹੜੀ ਇੱਕ ਗਲਤ ਟਿੱਪਣੀ ਕੀਤੀ ਉਹਦੇ ਕਰਕੇ, ਔਰ ਕਹਿੰਦੇ ਆ ਕਿ ਉਹਨਾਂ ਨੇ ਆਪਣੀ ਟਿੱਪਣੀ ਦਾ ਕਰਕੇ ਹੁਣ ਮਾਫੀ ਵੀ ਮੰਗ ਲਈ ਹੈ। ਹਾਂ ਬਿਲਕੁਲ ਜੀ, ਆਪਣੀ ਇਸ ਟਿੱਪਣੀ ਦੇ ਕਰਕੇ ਮਾਫੀ ਉਹਨਾਂ ਨੇ ਮੰਗੀ ਆ। ਇਹ ਟਿੱਪਣੀ ਸਿੱਖਾਂ ਦੇ ਬਾਬਤ ਗਲਤ ਬੋਲੀ ਆ ਉਹ। ਕਿਉਂਕਿ ਇੱਕ ਕਿਤਾਬ ਰਿਲੀਜ਼ ਪ੍ਰੋਗਰਾਮ ਦੇ ਵਿੱਚ ਗਈ ਕਿਰਨ ਬੇਦੀ, ਉੱਥੇ ਉਹਨੇ ਜਿਵੇਂ ਬੰਦਾ ਚਾਂਬਲ ਕੇ ਜੇ ਕੁਛ ਵੀ ਮੂੰਹ ਦੇ ਵਿੱਚੋਂ ਕੱਢਦਾ ਤੇ ਉਹਨੇ ਆਹ ਗੱਲ ਕੀਤੀ ਹੈ ਸਿੱਖਾਂ ਦੇ ਬਾਰੇ।
ਉਹ ਕਹਿੰਦੀ ਜੀ 20 ਮਿੰਟ ਰਹਿ ਗਏ ਆ 12 ਵਜਣ ਦੇ ਵਿੱਚ, ਤੇ ਕਿਤੇ ਇੱਥੇ ਕੋਈ ਸਰਦਾਰ ਤਾਂ ਨਹੀਂ ਬੈਠਾ। ਤੇ ਸਰਦਾਰਾਂ ਦੇ ਉੱਤੇ ਉਹਨੇ ਇਹ ਅਸਭਿਅਕ ਜਿਹੀ ਟਿੱਪਣੀ ਕੀਤੀ ਹੈ। ਹੁਣ ਇਸ ਗੱਲ ਦੇ ਉੱਤੇ ਸਿੱਖ ਭਾਈਚਾਰਾ ਕਲਪਿਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕਿਰਨ ਬੇਦੀ ਨੂੰ ਕੀ ਇਸ ਗੱਲ ਦਾ ਪਤਾ ਵੀ ਭਾਈ 12 ਵਜਣ ਦੇ ਸਿੱਖਾਂ ਦੇ ਨਾਲ ਕੀ ਅਹਿਮੀਅਤ ਆ, ਕੀ ਮਹੱਤਤਾ ਹੈਗੀ ਆ, ਇਹ ਗੱਲ ਕਿਉਂ ਕਹੀ ਜਾਂਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਦੋਂ ਜ਼ਾਲਮ ਆ ਜਿਹੜੇ ਉਹ ਕੁੜੀਆਂ ਚੁੱਕ ਕੇ ਲੈ ਜਾਂਦੇ ਸੀ, ਔਰਤਾਂ ਚੁੱਕ ਕੇ ਲੈ ਜਾਂਦੇ ਸੀ, ਉਸ ਵੇਲੇ ਸਿੱਖ ਹੀ ਸੀ ਵੀ ਜਿਹੜੇ ਕਿ 12 ਵਜਦੇ ਸੀ ਜਦੋਂ ਰਾਤ ਦੇ ਪੂਰੇ ਹਨੇਰੇ ਦੇ ਵਿੱਚ, ਤੇ ਫਿਰ ਉਹ ਹਮਲਾ ਕਰਕੇ ਉਹਨਾਂ ਦੇ ਉੱਤੇ ਤੇ ਕੁੜੀਆਂ ਨੂੰ ਵਾਪਸ ਲੈ ਕੇ ਆਉਂਦੇ ਹੁੰਦੇ ਸੀ। ਸੋ ਉਹਨਾਂ ਨੇ ਤਾਂ ਹਮੇਸ਼ਾ ਔਰਤ ਦੀ ਰਾਖੀ ਕੀਤੀ ਹੈ, ਤੇ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਵੱਧ ਆਪਦੇ ਵੱਲੋਂ ਬਣਾ ਕੇ ਗੱਲਾਂ ਜੋੜ ਕੇ ਤੇ ਪੇਸ਼ ਕੀਤੀਆਂ ਜਾ ਰਹੀਆਂ। ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਇਹੋ ਜਿਹੀ ਗੱਲ ਕਹੀ ਆ ਵੀ 12 ਵੱਜ ਗਏ ਸਿੰਘਾਂ ਦੇ, 12 ਵੱਜ ਗਏ, ਏਦਾਂ ਦੀਆਂ ਗੱਲਾਂ ਕਰਦੇ ਆ। ਸੋ ਜਦੋਂ ਹੁਣ ਸਿੱਖ ਭਾਈਚਾਰੇ ਦੇ ਵੱਲੋਂ ਇਸ ਟਿੱਪਣੀ ਦਾ ਵਿਰੋਧ ਕੀਤਾ ਗਿਆ ਤਾਂ ਫਿਰ ਕਿਰਨ ਬੇਦੀ ਦੇ ਵੱਲੋਂ ਮਾਫੀ ਵੀ ਮੰਗੀ ਗਈ ਆ। ਉਹਨੇ ਕਿਹਾ ਵੀ ਮੇਰੇ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਗਏ, ਮੈਂ ਸਿੱਖ ਭਾਈਚਾਰੇ ਦਾ ਬਹੁਤ ਸਤਿਕਾਰ ਕਰਦੀ ਹਾਂ, ਤੇ ਪਰ ਸਿੱਖ ਭਾਈਚਾਰੇ ਨੇ ਗੱਲ ਕਹੀ ਹੈ ਵੀ ਨਹੀਂ, ਇਹ ਸਜ਼ਾ ਦੀ ਹੱਕਦਾਰ ਆ ਤੇ ਨਾ ਕਿ ਮਾਫੀ ਦੀ। ਜੀ ਸਰ, ਇੱਕ ਬੜੀ ਹੈਰਾਨ ਕਰ ਦੀ ਖਬਰ ਸਾਹਮਣੇ ਆਈ ਹੈ, ਕਹਿੰਦੇ ਗਾਇਕ ਅਮਰ ਸਿੰਘ ਚਮਕੀਲਾ ਦਾ ਪੁੱਤਰ 1 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਹੋਇਆ ਜੀ। ਹਾਂ ਬਿਲਕੁਲ, ਮੈਨੂੰ ਇਸ ਗੱਲ ਦੇ ਤਾਂ ਦੁੱਖ ਬਹੁਤ ਹੋਇਆ ਕਿਉਂਕਿ ਇਹ ਜਿਹੜਾ ਮੁੰਡਾ ਜੈਮਲ ਚਮਕੀਲਾ, ਇਹ ਫਰੀਦਕੋਟ ਵੱਲ ਰਹਿੰਦਾ ਸੀ ਤੇ ਅਮਰ ਸਿੰਘ ਚਮਕੀਲੇ ਦਾ ਪੁੱਤਰ ਆ। ਅਮਰ ਸਿੰਘ ਚਮਕੀਲੇ ਦੇ ਨਾਂ ਦੀ ਵਰਤੋਂ ਕਰਕੇ ਤੇ ਬਹੁਤ ਸਾਰੇ ਉਹ ਵੀ ਲੋਕ ਕਾਮਯਾਬ ਹੋ ਗਏ ਜਿਨ੍ਹਾਂ ਦਾ ਚਮਕੀਲੇ ਨਾਲ ਕੋਈ ਸੰਬੰਧ ਨਹੀਂ ਰਿਹਾ। ਕੋਈ ਨਾਲ ਗੱਡੀ ਦਾ ਡਰਾਈਵਰ ਵੀ ਹੁੰਦਾ ਸੀ, ਉਹਨੇ ਵੀ ਨਾਂ ਦੇ ਪਿੱਛੇ ਚਮਕੀਲਾ ਲਾ ਕੇ ਤੇ ਆਪਦੀ ਰੋਟੀ ਪੱਕਦੀ ਕਰ ਲਈ। ਪਰ ਜਿਹੜਾ ਅਸਲ ਪੁੱਤ ਆ ਤੇ ਉਹਦੇ ਵੱਲੋਂ ਆਹ ਕਰਤੂਤ ਕੀਤੀ ਜਾਵੇ, ਇਸ ਗੱਲ ਦੀ ਆਸ ਨਹੀਂ ਸੀ ਕਰਦੇ ਅਸੀਂ, ਕਿਉਂਕਿ ਅਮਰ ਸਿੰਘ ਚਮਕੀਲੇ ਦਾ ਨਾਂ ਇੰਨਾ ਵੱਡਾ ਤੇ ਉਹਦੇ ਮੁੰਡੇ ਨੂੰ ਆਹ ਕੁਝ ਕਰਨ ਦੀ ਲੋੜ ਨਹੀਂ। ਇਹ ਅਮਰ ਸਿੰਘ ਚਮਕੀਲੇ ਦੇ ਮੁੰਡੇ ਨੇ ਕੁਝ ਕੁ ਗਾਣੇ ਵੀ ਕੀਤੇ ਪਰ ਉਹ ਕਾਮਯਾਬ ਨਹੀਂ ਹੋਏ। ਗੱਲ ਇਹ ਹੈ ਵੀ ਉਧਰਲੇ ਪਾਸੇ ਧਿਆਨ ਦੇਣ ਦੀ ਥਾਂ ਦੇ ਉੱਤੇ ਇਧਰਲੇ ਪਾਸੇ ਫੀਮ ਦੇ ਵੱਲ, ਨਸ਼ੇ ਦੇ ਵੱਲ ਧਿਆਨ ਦੇ ਲਿਆ, ਜਿਹਦੇ ਕਰਕੇ ਇੰਨੀ ਵੱਡੀ ਸਮੱਸਿਆ ਆਈ ਆ। ਅਮਰ ਸਿੰਘ ਚਮਕੀਲੇ ਦੇ ਹੀ ਯਾਨੀ ਕਿ ਆਪਣੇ ਬਾਪ ਦੇ ਹੀ ਸਾਰੀ ਉਮਰ ਜੈਮਲ ਗਾਣੇ ਗਾਈ ਜਾਵੇ ਤਾਂ ਰੋਟੀ ਉਹਦੀ ਤਾਂ ਵੀ ਨਹੀਂ, ਮੇਰਾ ਖਿਆਲ ਮੁੱਕਦੀ, ਰੋਟੀ ਉਹਦੀ ਤਾਂ ਵੀ ਬਹੁਤ ਵਧੀਆ ਚੱਲੂਗੀ। ਪਰ ਇਹਨੂੰ ਆ ਕਿਲੋਆਂ ਦੇ ਹਿਸਾਬ ਦੇ ਉੱਤੇ ਅਫੀਮ ਇਧਰੋਂ ਇਧਰ ਕਰਨੀ, ਇਧਰੋਂ ਇਧਰ ਕਰਨੀ, ਇਸ ਕਰਤੂਤ ਤੋਂ ਬਚਣਾ ਚਾਹੀਦਾ ਸੀ। ਧਾਰੀਵਾਲ ਦੀ ਪੁਲਿਸ ਦੇ ਵੱਲੋਂ ਕੱਲ 2 ਜਣੇ ਗ੍ਰਿਫਤਾਰ ਕੀਤੇ ਗਏ ਆ, 1 ਕਿਲੋ ਅਫੀਮ ਦੇ ਸਮੇਤ ਕਾਰ ਦੇ ਵਿੱਚ ਆਉਂਦੇ ਸੀ ਉਹ। ਉਹਦੇ ਚ ਇੱਕ ਸੀ ਚਮਕੀਲੇ ਦਾ ਮੁੰਡਾ ਜੈਮਲ ਤੇ ਦੂਜਾ ਸੀਗਾ ਜੀ ਉੱਥੇ ਨਾਲ ਇੱਕ ਰਾਜ ਕੁਮਾਰ ਨਾਂ ਦਾ ਮੁੰਡਾ। ਸੋ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, NDPS ਐਕਟ ਦੇ ਤਹਿਤ ਪਰਚਾ ਵੀ ਦਰਜ ਕੀਤਾ। ਮੈਨੂੰ ਹਮੇਸ਼ਾ ਇਹਨਾਂ 2 ਗੱਲਾਂ ਦਾ ਦੁੱਖ ਰਹੂਗਾ। ਇੱਕ ਤਾਂ ਅਮਰ ਸਿੰਘ ਚਮਕੀਲੇ ਦੀ ਕੁੜੀ ਹੈ ਇੱਕ, ਉਹਨੇ ਲੰਘੇ ਵੇਲੇ ਦੇ ਵਿੱਚ ਕਈ ਵਰ੍ਹੇ ਪਹਿਲਾਂ ਕੈਨੇਡਾ ਦੇ ਵੱਲ ਜਾ ਕੇ ਤੇ ਉੱਥੇ ਅੰਡਰਗਰਾਊਂਡ ਹੋ ਗਈ ਸੀ। ਉਦੋਂ ਬੜੀਆਂ ਮੀਡੀਆ ਦੇ ਵਿੱਚ ਖਬਰਾਂ ਆਈਆਂ, ਬੜੀ ਮਿੱਟੀ ਪੱਟੀ ਗਈ ਵੀ ਭਾਈ ਇਹ ਫਰਾਰ ਹੋ ਗਈ ਕੁੜੀ, ਅੰਡਰਗਰਾਊਂਡ ਹੋ ਗਈ, ਬਾਹਰ ਗਈ, ਆਹ ਹੋ ਗਿਆ, ਉਹ ਹੋ ਗਿਆ। ਮੈਂ ਬੇਸ਼ੱਕ ਉਹ ਕੁੜੀ ਹੁਣ ਵੀ ਪੱਕੀ ਹੋ ਗਈ ਹੋਵੇ ਜਾਂ ਕਾਮਯਾਬ ਹੋ ਗਈ ਹੋਵੇ ਕੈਨੇਡਾ ਦੇ ਵਿੱਚ, ਮੈਨੂੰ ਪਤਾ ਨਹੀਂ, ਪਰ ਮੈਂ ਉਦੋਂ ਵੀ ਇਹ ਸੋਚਦਾ ਹੁੰਦਾ ਸੀ ਵੀ ਯਾਰ ਇਹਨਾਂ ਨੂੰ ਆਹ ਕੁਛ ਕਰਨ ਦੀ ਕੀ ਲੋੜ ਆ, ਕਿਉਂਕਿ ਇਹ ਕਿਹੜਾ ਕੋਈ ਸਧਾਰਨ ਬੰਦੇ ਆ। ਇਹਨਾਂ ਦੇ ਬਾਪ ਦਾ ਨਾਂ ਅਮਰ ਸਿੰਘ ਚਮਕੀਲਾ, ਕੁੜੀ ਸਾਰੀ ਉਮਰ ਆਪਣੇ ਬਾਪ ਦੇ ਗੀਤ ਗਾਈ ਜਾਵੇ, ਉਹਦੀ ਤਾਂ ਵੀ ਰੋਟੀ ਚੱਲਦੀ ਸੀ। ਉਹਨੇ ਕੁਛ ਕੁ ਗਾਣੇ ਕੀਤੇ ਵੀ ਸੀਗੇ, ਪਰ ਉਹਨੂੰ ਅੰਡਰਗਰਾਊਂਡ ਹੋਣ ਦੀ ਕਾਹਲ ਪੈ ਗਈ ਅਸਲ ਦੇ ਵਿੱਚ ਵੀ ਮੈਂ ਇੱਥੇ ਪੱਕੀ ਹੋ ਜਾ। ਤੇ ਉਧਰੋਂ ਹੁਣ ਮੁੰਡਾ ਇਹ, ਜੇ ਇਹ ਵੀ ਆਪਦੇ ਬਾਪ ਦੇ ਗੀਤ ਗਾਈ ਜਾਵੇ ਤਾਂ ਇਹਨੂੰ ਕੀ ਲੋੜ ਆ ਹੋਰ ਪੁੱਠੇ ਸਿੱਧੇ ਕੰਮ ਕਰਨ ਦੀ। ਸਾਰੀ ਉਮਰ ਲੋਕਾਂ ਨੇ ਇਹਦੇ ਬਾਪ ਦੇ ਹੀ ਗਾਣੇ ਸੁਣੀ ਜਾਣੇ ਵੀ, ਭਾਵੇਂ ਨਵੀਂ ਰਿਕਾਰਡਿੰਗ ਕਰਾਵੇ ਹੀ ਨਾ। ਬਿਲਕੁਲ ਉਵੇਂ ਹੀ ਜੇ ਮੰਨ ਲਓ ਅੱਜ ਯੁੱਧਵੀਰ ਮਾਣਕ ਤੰਦਰੁਸਤ ਹੋ ਜੇ ਤੇ ਉਹ ਸਾਰੀ ਉਮਰ ਆ ਜਿਹੜੇ ਉਹ ਆਪਣੇ ਪਿਤਾ ਕੁਲਦੀਪ ਮਾਣਕ ਦੇ ਗੀਤ ਗਾਈ ਜਾਵੇ ਤੇ ਲੋਕਾਂ ਨੇ ਉਹਨੂੰ ਕੁਝ ਕਮੀ ਪੇਸ਼ੀ ਥੋੜੀ ਆਉਣ ਦੇਣੀ ਆ। ਲੋਕ ਕੁਲਦੀਪ ਮਾਣਕ ਦੇ ਹੀ ਇੰਨੇ ਦੀਵਾਨੇ ਆ ਵੀ ਚਾਹੁੰਦੇ ਵੀ ਉਹਦਾ ਪੁੱਤ ਉਹਦੇ ਗੀਤ ਹੀ ਗਾਈ ਜਾਵੇ, ਉਹਨੀਆਂ ਕਲੀਆਂ। ਸੋ ਇਹ ਗੱਲ ਆ ਜੀ, ਪਰ ਛੋਟੀ ਉਮਰ ਦੇ ਵਿੱਚ ਜਾਂ ਕਹਿ ਦਈਏ ਵੀ ਚੰਗੇ ਸਲਾਹਕਾਰ ਨਾ ਹੋਣ ਦੇ ਕਰਕੇ, ਸੰਗਤ ਮਾੜੀ ਦੇ ਕਰਕੇ ਜਦੋਂ ਬੰਦਾ ਇਹੋ ਜਿਹੇ ਟਰੈਕ ਦੇ ਉੱਤੇ ਚੜ੍ਹ ਜਾਂਦਾ ਤਾਂ ਬਦਨਾਮੀ ਉਮਰ ਭਰ ਦੀ ਹੁੰਦੀ ਆ। ਹੁਣ ਤੁਸੀਂ ਦੇਖੋ ਵੀ ਇਹਨੇ ਆਪਦਾ ਕੈਰੀਅਰ ਦੇ ਉੱਤੇ ਇੱਕ ਦਾਗ ਲਵਾ ਲਿਆ। ਇਹ ਗੱਲਾਂ ਛੋਟੀਆਂ ਨਹੀਂ, ਜਿਹੜੇ ਵੀ ਬੰਦੇ ਇਸ ਚੱਕਰ ਦੇ ਵਿੱਚੋਂ ਨਿਕਲਦੇ ਆ ਤੇ ਉਹਨਾਂ ਦਾ ਭਵਿੱਖ ਬਹੁਤਾ ਕੁਝ ਸ਼ਾਨਦਾਰ ਨਹੀਂ ਰਹਿੰਦਾ। ਮੈਨੂੰ ਆਸ ਸੀ ਵੀ ਇਸ ਮੁੰਡੇ ਦਾ ਭਵਿੱਖ ਵਧੀਆ ਹੋਊਗਾ, ਪਰ ਇਹਨੇ ਗਲਤੀ ਬਹੁਤ ਵੱਡੀ ਕਰ ਲਈ ਹੈ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਖੈਰ ਉਧਰ ਅੱਗੇ ਵੱਧਦੇ ਹਾਂ ਜੀ। ਕੱਲ ਕਹਿੰਦੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਲੰਧਰ ਤੋਂ ਦਿੱਲੀ ਦੇ ਲਈ ਬੱਸਾਂ ਰਵਾਨਾ ਕਰ ਦਿੱਤੀਆਂ ਗਈਆਂ ਸੀ। ਹਾਂ ਬਿਲਕੁਲ ਜੀ, ਕੱਲ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵੱਲੋਂ ਬੱਸਾਂ ਰਵਾਨਾ ਕਰ ਦਿੱਤੀਆਂ ਗਈਆਂ ਜਲੰਧਰ ਤੋਂ ਦਿੱਲੀ ਏਅਰਪੋਰਟ ਦੇ ਵੱਲ।
ਤੇ ਇਹ ਗੱਲ ਕਹੀ ਗਈ ਹੈ ਜੀ ਕਿ ਦਿਨ ਦੇ ਵਿੱਚ ਕਈ ਬੱਸਾਂ ਇੱਕ ਸ਼ਹਿਰ ਤੋਂ ਜਾਇਆ ਕਰਨਗੀਆਂ ਏਅਰਪੋਰਟ ਨੂੰ। ਤੇ ਇਹ ਵੈਬਸਾਈਟ ਦੇ ਉੱਤੇ ਜਾ ਕੇ ਤੇ ਇਹਨਾਂ ਦਾ ਟਾਈਮ ਟੇਬਲ ਬੱਸਾਂ ਦਾ ਤੇ ਕਿੰਨੇ ਵਜੇ ਚੱਲਣੀ ਹੈ ਤੇ ਆਪਦੀ ਸੀਟ ਬੁਕਿੰਗ ਤੇ ਕਿਰਾਇਆ ਸਾਰਾ ਕੁਝ ਉੱਥੇ ਭੁਗਤਾਨ ਕੀਤਾ ਜਾ ਸਕਦਾ। ਆਪਦੀ ਸੀਟ ਉੱਥੇ ਵੈਬਸਾਈਟ ਦੇ ਉੱਤੇ ਆਨਲਾਈਨ ਵੀ ਬੁੱਕ ਕਰਾਈ ਜਾ ਸਕਦੀ ਹੈ। ਦੂਜੀ ਗੱਲ ਇਹ ਹੈ ਜੀ ਕਿ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਕਿਹਾ ਵੀ ਲੋਕਾਂ ਦੇ ਲਈ ਅਸੀਂ ਰਾਹਤ ਲੈ ਕੇ ਆਏ ਹਾਂ ਤੇ ਲੋਕਾਂ ਨੂੰ ਚੰਗਾ ਲੱਗੂਗਾ ਵੀ ਭਾਈ ਅਸੀਂ ਉਹਨਾਂ ਦੇ ਲਈ ਆਹ ਉਪਰਾਲਾ ਕੀਤਾ। ਮੈਂ ਵੀ ਮੰਨਦਾ ਵੀ ਇਹ ਗੱਲ ਬਹੁਤ ਵਧੀਆ, ਕਿਉਂਕਿ ਪਹਿਲਾਂ 3,3200 ਰੁਪਈਆ ਪ੍ਰਤੀ ਸਵਾਰੀ ਹੁੰਦਾ ਸੀ ਤੇ ਹੁਣ ਜੇਕਰ 1170 ਰੁਪਈਏ ਸਵਾਰੀ ਹੈ ਤਾਂ ਇਸ ਤੋਂ ਵਧੀਆ ਗੱਲ ਕੋਈ ਹੋਰ ਨਹੀਂ ਹੋਣੀਗੀ। ਬਸ਼ਰਤੇ ਬੱਸ ਵੀ ਇੰਡੋ ਕੈਨੇਡੀਅਨ ਵਰਗੀ ਹੋਵੇ, ਬੱਸ ਦੇ ਵਿੱਚ ਸੀਟਾਂ ਆਰਾਮਦਾਇਕ ਹੋਣ, ਬੱਸ ਪਹੁੰਚਾਵੇ ਵੇਲੇ ਸਿਰ, ਬੱਸ ਦੇ ਵਿੱਚ ਸਵਾਰੀਆਂ ਨੂੰ ਇੱਜ਼ਤ ਵੀ ਮਿਲੇ, ਬੱਸ ਦੇ ਵਿੱਚ ਸਮਾਨ ਰੱਖਣ ਲਈ ਵਧੀਆ ਥਾਂ ਹੋਵੇ, ਬੱਸ ਸਹੀ ਥਾਂ ਤੇ ਰੁਕੇ, ਚੰਗੇ ਢਾਬੇ ਤੇ, ਬੱਸ ਦੇ ਵਿੱਚ ਪਾਣੀ ਵੀ ਮਿਲੇ। ਸੋ ਇਹ ਜਿਹੜੀਆਂ ਗੱਲਾਂ ਸਵਾਰੀਆਂ ਨੇ, ਕਿਉਂਕਿ 8-9 ਘੰਟੇ ਬੱਸ ਦੇ ਵਿੱਚ ਸਫ਼ਰ ਕਰਨਾ ਹੁੰਦਾ ਜਦੋਂ ਦਿੱਲੀ ਜਾਣਾ। ਸੋ ਜੇਕਰ ਇਹਨਾਂ ਨੂੰ ਚੰਗੀ ਸਹੂਲਤ ਮਿਲੂਗੀ ਤਾਂ ਸਵਾਰੀ ਫਿਰ 1170 ਰੁਪਈਏ 'ਚ ਕਿਉਂ ਨਾ ਜਾਊਗੀ, ਫਿਰ 3000 ਰੁਪਈਆ ਕਿਸੇ ਨੇ ਕਿਉਂ ਦੇਣਾ। ਉਸ ਤੋਂ ਅਗਲੀ ਗੱਲ ਇਹ ਹੈ ਜਿਹੜੀ ਕਿ ਬੜੀ ਮਹੱਤਵਪੂਰਨ ਸਰੋਤਿਆਂ ਦੇ ਸੁਣਨ ਵਾਲੀ ਆ ਕਿ ਇਹ ਬੱਸ ਪੰਜਾਬ ਤੋਂ ਚੱਲ ਕੇ ਸਿੱਧੀ ਦਿੱਲੀ ਏਅਰਪੋਰਟ ਦੇ ਗੇਟ ਦੇ ਮੂਹਰੇ ਨਹੀਂ ਖੜੂਗੀ। ਇਹਨੇ ਏਅਰਪੋਰਟ ਤੋਂ 1 ਕਿਲੋਮੀਟਰ ਪਿੱਛੇ ਉਤਾਰਨਾ, ਪਰ ਉਸ ਥਾਂ ਦੇ ਉੱਤੇ ਇੱਕ ਅੱਡਾ ਬਣਾਇਆ ਗਿਆ। ਉਸ ਥਾਂ ਤੇ ਜਿੱਥੇ ਉਤਾਰਿਆ ਜਾਊਗਾ 1 ਕਿਲੋਮੀਟਰ ਪਿੱਛੇ ਸਵਾਰੀਆਂ ਨੂੰ, ਉਹਨਾਂ ਸਵਾਰੀਆਂ ਨੂੰ ਦਿੱਲੀ ਏਅਰਪੋਰਟ ਅਥਾਰਟੀ ਦੀਆਂ ਬੱਸਾਂ ਲੈ ਕੇ ਜਾਣਗੀਆਂ ਏਅਰਪੋਰਟ ਤੇ, ਉਹ ਵੀ ਮੁਫਤ ਦੇ ਵਿੱਚ। ਵੀ ਮਤਲਬ ਜੇ ਆਪਾਂ ਇਹ ਸੋਚ ਗਏ ਵੀ ਭਾਈ ਹੁਣ ਤਾਂ ਸਿੱਧਾ ਜਾ ਕੇ ਏਅਰਪੋਰਟ ਦੇ ਮੂਹਰੇ ਉਤਰਨਾ, ਐਵੇਂ ਨਹੀਂ, 1 ਕਿਲੋਮੀਟਰ ਪਿੱਛੇ ਉਤਾਰਿਆ ਜਾਊਗਾ ਤੇ ਉਸ ਥਾਂ ਦੇ ਉੱਤੇ ਦਿੱਲੀ ਏਅਰਪੋਰਟ ਦੀਆਂ ਬੱਸਾਂ ਆਉਣਗੀਆਂ ਤੇ ਉਹ ਮੁਫਤ ਦੇ ਵਿੱਚ ਸਵਾਰੀਆਂ ਲੈ ਕੇ ਜਾਇਆ ਕਰਨਗੀਆਂ ਜੀ। ਜੀ ਸਰ, ਅੱਗੇ ਵਧਦੇ ਹਾਂ ਜੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੁਨੇਹਾ ਦਿੱਤਾ ਹੈ ਜੀ। ਹਾਂ ਬਿਲਕੁਲ ਜੀ, ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ, ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੁਨੇਹਾ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨ ਸਭ ਨੂੰ ਕਰਨੇ ਚਾਹੀਦੇ ਆ। ਉਹ ਕਹਿੰਦੇ ਵੀ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਨਾ ਕੀਤੇ ਤਾਂ ਆਉਂਦਾ ਸਮਾਂ ਜਿਹੜਾ ਉਹ ਸਿੱਖ ਕੌਮ ਦੇ ਲਈ ਵੀ ਬੜੀਆਂ ਚੁਣੌਤੀਆਂ ਵਾਲਾ ਹੋਊਗਾ। ਤੇ ਉਹ ਕਹਿੰਦੇ ਵੀ ਜੇਕਰ ਯਤਨ ਨਾ ਕੀਤੇ ਗਏ ਤਾਂ ਆਉਂਦੇ ਸਮੇਂ ਦੇ ਵਿੱਚ ਮੁਸ਼ਕਲਾਂ ਦਾ ਪਹਾੜ ਡਿੱਗੂਗਾ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਤੇ ਇਕਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੇ ਉਹ 52 ਜਿਹੜੇ ਉਹ ਰਾਜੇ ਆ ਉਹਨਾਂ ਨੂੰ ਵੀ ਰਿਹਾ ਕਰਵਾ ਕੇ ਲੈ ਗਏ ਸੀ ਜਦੋਂ ਕਿਲੇ ਦੇ ਵਿੱਚੋਂ ਗਏ ਆ। ਪਰ ਇੱਥੇ ਸਾਡੀਆਂ ਹਕੂਮਤਾਂ ਜਿਹੜੀਆਂ ਉਹ ਦੇਖੋ ਵੀ ਕਿਸੇ ਇੱਕ ਬੰਦੀ ਸਿੰਘ ਦੇ ਬਾਰੇ ਵੀ ਕੋਈ ਮਿਹਨਤ ਨਹੀਂ ਕਰ ਰਹੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਭ ਨੂੰ ਯਤਨ ਕਰਨੇ ਚਾਹੀਦੇ ਆ ਵੀ ਅਸੀਂ ਇਕੱਠੇ ਹੋ ਕੇ ਹਮਲਾ ਮਾਰ ਗਏ ਤੇ ਅਸੀਂ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠਣਾ ਵੀ ਸਮੇਂ ਦੀ ਲੋੜ ਹੈਗੀ ਆ। ਬਹੁਤ ਵਧੀਆ ਗੱਲ ਕਹੀ ਹੈ। ਮੈਂ ਤਾਂ ਖੁਦ ਕਹਿਣਾ ਵੀ ਭਾਈ ਏਦਾਂ ਹੋਣਾ ਚਾਹੀਦਾ, ਪਰ ਮਨ ਦੇ ਵਿੱਚ ਇੱਕੋ ਹੀ ਖਿਆਲ ਆਉਂਦਾ ਵੀ ਭਾਈ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਦੋਂ ਬੰਦੀ ਸਿੰਘ ਚੇਤੇ ਕਿਉਂ ਨਹੀਂ ਆਏ। ਇਹ ਉਦੋਂ ਹੀ ਚੇਤੇ ਕਿਉਂ ਆਉਂਦਾ ਜਦੋਂ ਅਕਾਲੀ ਦਲ ਕਿਸੇ ਨਾ ਕਿਸੇ ਸਮੱਸਿਆ ਦੇ ਵਿੱਚ ਹੁੰਦਾ। ਇਸ ਵੇਲੇ ਵੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਕੇ ਚੋਣ ਲੜ ਰਿਹਾ, ਬੰਦੀ ਸਿੰਘਾਂ ਦੇ ਨਾਂ ਤੇ ਚੋਣ ਲੜ ਰਿਹਾ। ਬੰਦੀ ਸਿੰਘ ਦੀ ਭੈਣ ਆ ਜਿਹੜੇ ਬੀਬੀ ਕਮਲਦੀਪ ਕੌਰ, ਉਹਨਾਂ ਨੂੰ ਉਮੀਦਵਾਰ ਬਣਾ ਕੇ ਚੋਣ ਲੜ ਰਿਹਾ। ਸੋ ਜੇਕਰ ਗਿਆਨੀ ਹਰਪ੍ਰੀਤ ਸਿੰਘ ਜਾਂ ਕੋਈ ਵੀ ਅਕਾਲੀ ਆਗੂ ਸਮੇਂ ਦੇ ਉੱਤੇ ਸਿਰਫ ਤੇ ਸਿਰਫ ਇਹ ਗੱਲ ਕਵੇ ਜੀ ਕਿ ਅਸੀਂ ਤਾਂ ਹਮੇਸ਼ਾ ਹੀ ਚੋਣ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਲੜਾਈ ਲੜਨੀ ਬੰਦੀ ਸਿੰਘਾਂ ਦੀ, ਤਾਂ ਇਹਦੇ ਮਾਇਨੇ ਹੋਰ ਨਿਕਲਣਗੇ। ਪਰ ਜੇਕਰ ਆਪਾਂ ਚੋਣਾਂ ਦੇ ਮੌਕੇ ਬਿਆਨ ਦੇਵਾਂਗੇ ਤਾਂ ਇਹਦੇ ਮਾਇਨੇ ਹੋਰ ਨਿਕਲਦੇ ਆ। ਜੀ ਬਿਲਕੁਲ, ਤੁਹਾਡੀ ਗੱਲ 100% ਸਹੀ ਹੈ। ਖੈਰ, ਉੱਧਰ ਹੁਣ ਗੱਲ ਕਰਦੇ ਹਾਂ ਜੀ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ। ਬੜੀ ਦੇਰ ਬਾਅਦ ਇਹਨਾਂ ਦਾ ਬਿਆਨ ਆਇਆ। ਇਹ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਤੇ ਜਿਹੜੀ ਐਕਟੀਵਿਟੀ ਆ ਉਹਦੇ ਉੱਪਰ ਸਵਾਲ ਖੜੇ ਕੀਤੇ ਨੇ ਇਹਨਾਂ ਨੇ। ਹਾਂ ਬਿਲਕੁਲ ਜੀ, ਸੋਸ਼ਲ ਮੀਡੀਆ ਦੇ ਉੱਤੇ ਸਵਾਲ ਖੜੇ ਹੋਏ ਆ ਕਿਉਂਕਿ ਸਿਮਰਜੀਤ ਸਿੰਘ ਬੈਂਸ ਆ ਜਿਹੜੇ ਸਾਬਕਾ ਵਿਧਾਇਕ ਆਤਮਨਗਰ ਦੇ ਲੁਧਿਆਣੇ ਵੱਲ, ਤੇ ਉਹਨਾਂ ਦੀ ਗ੍ਰਿਫਤਾਰੀ ਪੁਲਿਸ ਹਾਲੇ ਤੱਕ ਕਰ ਨਹੀਂ ਸਕੀ। ਲੰਮਾ ਸਮਾਂ ਹੋ ਗਿਆ ਕਿਉਂਕਿ ਇੱਕ ਔਰਤ ਦੇ ਵੱਲੋਂ ਦੋਸ਼ ਲਾਏ ਗਏ ਸੀ ਜਬਰ ਜਨਾਹ ਦੇ। ਉਸ ਤੋਂ ਬਾਅਦ ਉਹ ਔਰਤ ਹਰ ਰੋਜ਼ ਜਾ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਮੂਹਰੇ ਧਰਨਾ ਵੀ ਦਿੰਦੀ ਆ ਵੀ ਮੈਨੂੰ ਇਨਸਾਫ ਨਹੀਂ ਮਿਲਦਾ, ਗ੍ਰਿਫਤਾਰ ਨਹੀਂ ਕਰਦੇ ਉਹਨੂੰ। ਬੈਂਸ ਤੇ ਉਹਦੇ ਸਾਥੀ ਇਸ ਵੇਲੇ ਭਗੌੜਾ ਕਰਾਰ ਵੀ ਦਿੱਤੇ ਹੋਏ ਆ। ਉਹ ਜਿਹੜੇ ਭਗੌੜਾ ਕਰਾਰ ਦਿੱਤੇ ਹੋਏ ਆ ਉਹ ਹਾਲੇ ਤੱਕ ਪੁਲਿਸ ਦੇ ਹੱਥ ਦੇ ਵਿੱਚ ਨਹੀਂ ਆ ਰਹੇ। ਤੇ ਹਾਲੇ ਤੱਕ ਬੈਂਸ ਹੋ ਰਹੀ ਹੈ ਜਿਹੜੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਵੀ ਹੈਗੇ ਆ।
ਉਸ ਤੋਂ ਅਗਲੀ ਗੱਲ ਇਹ ਆ ਵੀ ਬੈਂਸ ਹੋਰਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਭਗੌੜਾ ਕਰਾਰ ਦੇਣ ਵਾਲੀ ਗੱਲ ਨੂੰ ਚੁਣੌਤੀ ਦੇਣ ਦੇ ਲਈ, ਅਗਾਊਂ ਜ਼ਮਾਨਤ ਦੇ ਲਈ, ਪਰ ਉਹ ਵੀ ਰੱਦ ਕਰ ਦਿੱਤੀ ਗਈ। ਸੋ ਐਂਡ ਤਾਂ ਇਸ ਗੱਲ ਦਾ ਹੈਗਾ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ, ਪਰ ਉਸ ਔਰਤ ਦੇ ਵੱਲੋਂ ਦੋਸ਼ ਇਹ ਲਾਇਆ ਗਿਆ ਕਿ ਭਾਈ ਇਹਨਾਂ ਦੇ ਵੱਲੋਂ ਜਾਣਬੁੱਝ ਕੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਅੰਦਰ ਖਾਤੇ ਅੰਗਲੀ ਸੰਗਲੀ ਰਲਦੀ ਹੈ। ਸੋ ਸਿਮਰਜੀਤ ਬੈਂਸ ਹੋਰੀ ਕਦੋਂ ਗ੍ਰਿਫਤਾਰ ਕੀਤੇ ਜਾਣਗੇ, ਕੀ ਗ੍ਰਿਫਤਾਰ ਕੀਤੇ ਜਾਣਗੇ, ਜਾਂ ਉਹ ਹੁਣ ਸੁਪਰੀਮ ਕੋਰਟ ਦੇ ਵੱਲ ਜਾਣਗੇ ਅਗਾਊਂ ਜ਼ਮਾਨਤ ਲੈਣ ਦੇ ਲਈ, ਇਹ ਵਕਤ ਦੱਸੂਗਾ। ਪਰ ਇਹ ਗੱਲ ਜ਼ਰੂਰ ਆ ਵੀ ਸਿਮਰਜੀਤ ਬੈਂਸ ਹੋਰਾਂ ਦਾ ਸਿਆਸੀ ਕੈਰੀਅਰ ਰੁਲ ਜੇ ਗਿਆ, ਕਿਉਂਕਿ 2 ਵਾਰ ਦੇ ਉਹ ਵਿਧਾਇਕ ਆ। ਉਹਨਾਂ ਦੇ ਸਕੇ ਭਰਾ ਬਲਵਿੰਦਰ ਸਿੰਘ ਬੈਂਸ ਉਹ ਵੀ 2 ਵਾਰ ਵਿਧਾਇਕ ਬਣੇ, ਪਰ ਇਸ ਵੇਲੇ ਐਤਕੀ ਦੋਨੋਂ ਹਾਰ ਗਏ। ਸੋ ਇਸ ਕਰਕੇ ਸਿਮਰਜੀਤ ਬੈਂਸ ਹੋਰੀ ਜਦੋਂ ਹੁਣ ਭਗੌੜੇ ਵੀ ਆ, ਪਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਵੀ ਆ, ਤਾਂ ਉਸ ਔਰਤ ਨੇ ਗੱਲ ਕਹੀ ਆ ਵੀ ਕੀ ਸਾਈਬਰ ਕ੍ਰਾਈਮ ਸੈੱਲ ਪਤਾ ਨਹੀਂ ਕਰ ਸਕਦਾ ਵੀ ਕਿੱਥੇ ਆ। ਉਸ ਔਰਤ ਨੇ ਕਿਹਾ ਵੀ ਸਾਰਾ ਕੁਝ ਪਤਾ ਪੁਲਿਸ ਨੂੰ, ਇਹ ਜਾਣਬੁੱਝ ਕੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ। ਜੀ ਉਧਰ ਹਾਈ ਕੋਰਟ ਦੀ ਗੱਲ ਚੱਲੀ ਹੈ ਤੇ ਇੱਕ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ, ਉਹਦੇ ਬਾਰੇ 'ਚ ਵੀ ਗੱਲ ਕਰ ਲੈਂਦੇ ਹਾਂ ਜੀ। ਹਾਈ ਕੋਰਟ ਨੇ ਕਿਹਾ ਕਿ ਦਾਜ ਦੇ ਲਈ ਤੰਗ ਕਰਨ ਦੇ ਮਾਮਲੇ 'ਚ 2 ਮਹੀਨੇ ਤੱਕ ਗ੍ਰਿਫਤਾਰੀ ਨਾ ਹੋਏ। ਬਿਲਕੁਲ ਸਹੀ ਗੱਲ ਆ। ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਇਹ ਸਾਰਾ ਕੁਝ ਕਿਹਾ ਗਿਆ। ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਜੇਕਰ ਕਿਸੇ ਵੀ ਬੰਦੇ ਦੇ ਉੱਤੇ ਦਾਜ ਦਾ ਪਰਚਾ ਦਰਜ ਕਰਨ ਦੇ ਲਈ ਅਰਜ਼ੀ ਆਉਂਦੀ ਹੈ, ਸ਼ਿਕਾਇਤ ਆਉਂਦੀ ਹੈ, ਉਹਦੇ ਉੱਤੇ ਤੁਰੰਤ ਪਰਚਾ ਦਰਜ ਨਾ ਕੀਤਾ ਜਾਵੇ। 2 ਮਹੀਨੇ ਪਹਿਲਾਂ ਇਹਦੀ ਪੜਤਾਲ ਕੀਤੀ ਜਾਵੇ ਕਿ ਉਹਦੀ ਗੱਲ ਸੱਚੀ ਆ ਜਾਂ ਝੂਠੀ ਆ। ਦੋਵਾਂ ਧਿਰਾਂ ਦੀ ਇਨਕੁਆਇਰੀ ਕੀਤੀ ਜਾਵੇ, ਉਸ ਤੋਂ ਬਾਅਦ ਪਰਚਾ ਦਰਜ ਹੋਵੇ। ਇਹ ਮੈਂ ਸੋਚਦਾ ਵੀ ਗੱਲ ਬਿਲਕੁਲ ਸਹੀ ਹੈ, ਇਹ ਗੱਲ ਬਿਲਕੁਲ ਦਰੁਸਤ ਆ। ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੂੰ ਹੁਣ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਨਜਾਇਜ਼ ਫਸਾਇਆ ਗਿਆ। ਰੌਲਾ ਪਰਿਵਾਰ ਦਾ ਕੁਝ ਹੋਰ ਹੁੰਦਾ, 2 ਜੀਆਂ ਦਾ ਰੌਲਾ ਹੋਰ ਹੁੰਦਾ, ਪਰ ਉਹਦੇ ਵਿੱਚ ਗੱਲ ਇਹ ਕਹੀ ਜਾਂਦੀ ਵੀ ਦਾਜ ਦਾ ਮਸਲਾ ਹੈਗਾ। ਸੋ ਉਹਦੇ ਵਿੱਚ ਵੀ ਪਰਿਵਾਰ ਦੇ ਕਈ ਜੀਅ ਫਸਾਏ ਜਾਂਦੇ ਆ। ਸਾਰੀ ਥਾਵਾਂ ਤੇ ਤਾਂ ਧੱਕਾ ਨਹੀਂ ਹੁੰਦਾ ਹੋਣਾ, ਪਰ ਕਈ ਥਾਵਾਂ ਤੇ ਖਬਰਾਂ ਇਹੋ ਜਿਹੀਆਂ ਆਉਂਦੀਆਂ ਵੀ ਮਸਲਾ ਕੋਈ ਹੋਰ ਆ, ਪਰ ਉਹਨੂੰ ਮੋੜ ਕੋਈ ਹੋਰ ਦੇਤਾ ਵੀ ਭਾਈ ਦਾਜ ਮੰਗਦੇ ਆ, ਦਾਜ ਨਾ ਮਿਲਣ ਕਰਕੇ ਕੁੱਟਦੇ ਆ। ਤੇ ਜਿਹੜੇ ਪਰਿਵਾਰ ਦੇ ਜੀ 20-20 ਸਾਲ ਤੋਂ ਅੱਡ ਵੀ ਰਹਿ ਰਹੇ ਹੁੰਦੇ, ਉਹਨਾਂ ਦੇ ਨਾਂ ਵੀ ਵਿੱਚ ਲਿਖਾ ਦਿੱਤੇ ਜਾਂਦੇ ਆ, ਮੁੰਡੇ ਦੀ ਭੈਣ, ਮੁੰਡੇ ਦੀ ਭੂਆ, ਮੁੰਡੇ ਦੀ ਮਾਸੀ। ਸੋ ਇਦਾਂ ਦੀਆਂ ਗੱਲਾਂ। ਸੋ ਇਲਾਹਾਬਾਦ ਹਾਈ ਕੋਰਟ ਨੇ ਗੱਲ ਕਹੀ ਆ ਵੀ ਜਿਹੜਾ ਹੁੰਦਾ ਨਾ ਕੂਲਿੰਗ ਪੀਰੀਅਡ 2 ਮਹੀਨੇ ਦਾ, ਉਹਦੇ ਵਿੱਚ ਪੂਰੀ ਦੀ ਪੂਰੀ ਜਾਣਕਾਰੀ ਮੁਹੱਈਆ ਕੀਤੀ ਜਾਵੇ ਵੀ ਭਾਈ ਇਹ ਜਾਣਕਾਰੀ ਸਹੀ ਆ ਜਾਂ ਇਹਦੇ ਪਿੱਛੇ ਕਹਾਣੀ ਕੋਈ ਹੋਰ ਆ। ਵੀ ਕਿਤੇ ਇਹ ਤਾਂ ਨਹੀਂ ਕਿ ਜਾਣਬੁੱਝ ਕੇ ਸਾਰਾ ਕੁਝ ਕਿਹੜੇ ਕੱਢਣ ਦੇ ਲਈ ਜਾਂ ਦੂਜੀ ਧਿਰ ਨੂੰ ਫਸਾਉਣ ਦੇ ਲਈ ਕੀਤਾ ਜਾ ਰਿਹਾ। ਜਦੋਂ ਪਤਾ ਲੱਗ ਜੇ ਵੀ ਭਾਈ ਇਹ ਗੱਲ ਬਿਲਕੁਲ ਸਹੀ ਆ, ਮੰਗਿਆ ਗਿਆ ਦਾਜ, ਤਾਂ ਫੇਰ ਹੀ ਕਾਰਵਾਈ ਕੀਤੀ ਜਾਵੇ। ਜੀ ਉਮੀਦ ਹੈ ਕਿ ਵਾਕਈ ਇਹ ਗੱਲ ਹਰ ਪਾਸੇ ਵੀ ਲਾਗੂ ਹੋਣੀ। ਹਾਂ ਬਿਲਕੁਲ ਜੀ। ਇਸ ਵੇਲੇ ਸੰਗਰੂਰ ਦੀ ਸੀਟ ਆ ਜਿਹੜੀ ਉਹ ਬੜੀ ਹੌਟ ਬਣ ਰਹੀ ਹੈ, ਤੇ ਜਿਸ ਤਰੀਕੇ ਦੇ ਨਾਲ ਹੁਣ ਚਾਰੇ ਪਾਸੇ ਸੰਗਰੂਰ ਦੀ ਲੋਕ ਸਭਾ ਸੀਟ ਜਿਹੜੀ ਜ਼ਿਮਨੀ ਚੋਣ ਆ, ਇਹਦਾ ਰੌਲਾ ਚੱਲ ਰਿਹਾ। ਇਹਦੇ ਵਿੱਚੋਂ ਕੌਣ ਜਿੱਤੂ ਤੇ ਕੌਣ ਹਾਰੂ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਗੱਲ ਇਸ ਵੇਲੇ ਇਸ ਤਰੀਕੇ ਦੀ ਆ ਕਿ ਸੰਗਰੂਰ ਦੀ ਸੀਟ ਦੇ ਉੱਤੇ 5 ਉਮੀਦਵਾਰ ਮੁੱਖ ਤੌਰ ਦੇ ਉੱਤੇ ਮੁਕਾਬਲੇ ਦੇ ਵਿੱਚ ਆ। ਇਹਨਾਂ 5 ਦੇ ਵਿੱਚ ਸਿਮਰਨਜੀਤ ਸਿੰਘ ਮਾਨ, ਦਲਬੀਰ ਸਿੰਘ ਗੋਲਡੀ, ਕੇਵਲ ਸਿੰਘ ਢਿੱਲੋਂ, ਗੁਰਮੇਲ ਸਿੰਘ ਘਰਾਚੋਂ, ਤੇ ਉਧਰੋਂ ਆਪਾਂ ਗੱਲ ਕਰ ਲਈਏ ਇਧਰੋਂ ਬੀਬੀ ਕਮਲਦੀਪ ਕੌਰ। ਇਹ 5 ਉਮੀਦਵਾਰ ਮੁੱਖ ਤੌਰ ਤੇ ਮੁਕਾਬਲੇ ਦੇ ਵਿੱਚ ਆ। ਉੱਦਾਂ ਬਾਕੀ ਉਮੀਦਵਾਰ ਆ ਜਿਹੜੇ ਆਜ਼ਾਦ, ਉਹ ਵੀ ਮੁਕਾਬਲੇ ਦੇ ਵਿੱਚ ਆਪਦਾ ਜ਼ੋਰ ਅਜ਼ਮਾਈ ਕਰ ਰਹੇ ਆ। ਜਿੱਤੂ ਕੌਣ ਹਾਰੂ ਕੌਣ ਕੁਝ ਕਹਿ ਨਹੀਂ ਸਕਦੇ, ਪਰ ਇਸ ਵੇਲੇ ਸਾਰਿਆਂ ਦੀ ਕੋਸ਼ਿਸ਼ ਇਹ ਆ ਵੀ ਅਸੀਂ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰ ਲਈਏ। ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰੀ ਆ ਜਿਹੜੇ ਉਹ ਪੰਥਕ ਏਜੰਡਾ ਲੈ ਕੇ ਚੱਲ ਰਹੇ ਆ। ਅਕਾਲੀ ਦਲ ਬਾਦਲ ਦੀ ਬੀਬੀ ਕਮਲਦੀਪ ਕੌਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਕੇ ਚੋਣ ਲੜ ਰਹੇ ਆ। ਕਾਂਗਰਸ ਚੋਣ ਲੜ ਰਹੀ ਆ ਕਿ ਆਮ ਆਦਮੀ ਪਾਰਟੀ ਨੇ 3 ਮਹੀਨੇ 'ਚ ਕੀਤਾ ਕੁਝ ਨਹੀਂ। ਆਮ ਆਦਮੀ ਪਾਰਟੀ ਇਹ ਗੱਲ ਕਰਕੇ ਚੋਣ ਲੜ ਰਹੀ ਵੀ ਅਸੀਂ ਕੀਤਾ ਬਹੁਤ ਕੁਝ ਆ, ਤੇ ਬੀਜੇਪੀ ਇਹ ਗੱਲ ਕਰਕੇ ਚੋਣ ਲੜ ਰਹੀ ਆ ਵੀ ਭਾਈ ਕੇਂਦਰ ਦੇ ਵਿੱਚ ਜਿਹਦੀ ਸਰਕਾਰ ਆ, ਤੇ ਜੇਕਰ ਇੱਥੇ ਵੀ ਉਸੇ ਪਾਰਟੀ ਦਾ ਉਮੀਦਵਾਰ ਜਿੱਤੇ ਤਾਂ ਇਸ ਹਲਕੇ ਦੇ ਵਾਰੇ ਨਿਆਰੇ ਹੋ ਸਕਦੇ ਆ। ਸੋ 5 ਦੇ ਵੱਲੋਂ ਆਪੋ ਆਪਣੇ ਤਰੀਕਿਆਂ ਦੀ ਗੱਲ ਕਰਕੇ ਚੋਣ ਲੜੀ ਜਾ ਰਹੀ ਆ। ਪਰ ਕੱਲ ਮੇਰੀ ਕੁਝ ਕੁ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਗੱਲ ਹੋਈ ਸੀ, ਉਹਨਾਂ ਨੇ 2 ਟੁੱਕ ਗੱਲ ਕਹੀ। ਕਹਿੰਦੇ ਬਾਈ ਜੀ ਜਿੱਤੂਗੀ ਤਾਂ ਆਮ ਆਦਮੀ ਪਾਰਟੀ ਹੀ, ਪਰ ਐਤਕੀ ਲੀਡ ਸਾਡੀ ਕਾਫੀ ਘਟ ਜਾਣੀ ਹੈ। ਮੈਂ ਕਿਹਾ ਜੀ ਤੁਸੀਂ ਹੀ ਕਿਉਂ ਜਿੱਤੋਗੇ? ਕਹਿੰਦੇ ਦੇਖੋ ਜੀ ਅਸੀਂ ਤਾਂ ਕੁਝ ਨਾ ਕੁਝ ਕੀਤਾ ਹੀ ਹੈ, ਪਰ ਬਾਕੀ ਪਾਰਟੀਆਂ ਨੇ ਕੁਝ ਵੀ ਨਹੀਂ ਕੀਤਾ।
ਤੇ ਅਗਲੀ ਗੱਲ ਉਹ ਕਹਿੰਦੇ ਵੀ ਨਾ ਜਿਵੇਂ ਇਸ ਵੇਲੇ ਸੰਗਰੂਰ ਦੇ ਲੋਕਾਂ ਦੇ ਵਿੱਚ ਦਿਲਚਸਪੀ ਜੀ ਕੋਈ ਹੈ ਨੀ ਗੀ। ਹਾਂ ਇਹ ਜ਼ਰੂਰ ਆ ਵੀ ਜਿਹੜੀ ਪਾਰਟੀ ਵੱਧ ਵੋਟ ਭੁਗਤਾ ਜੂਗੀ ਆਪਣੇ ਸ਼ੁਭ ਚਿੰਤਕਾਂ ਦੀ ਤੇ ਉਸ ਪਾਰਟੀ ਦੇ ਉਮੀਦਵਾਰ ਦੀ ਜਿੱਤਣ ਦੀ ਪੂਰੀ ਸੰਭਾਵਨਾ ਬਣ ਜਾਣੀ ਹੈ। ਦੇਖੋ ਬਾਕੀ 23 ਤਰੀਕ ਨੂੰ ਵੋਟਾਂ ਪੈਣੀਆਂ, 26 ਨੂੰ ਨਤੀਜਾ ਆਉਣਾ, ਕੀ ਬਣਦਾ ਕੀ ਨਹੀਂ ਬਣਦਾ ਇਹ ਸਮੇਂ ਨੇ ਦੱਸਣਾ ਜੀ। ਜੀ ਬਿਲਕੁਲ। ਸੋ ਖੈਰ ਅੱਜ ਦੇ ਲਈ ਸਰ ਇੰਨਾ ਹੀ, ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ।